ਸਤਨਾਮ ਵਾਹਿਗੁਰੂ ਸਾਹਿਬ ਜੀ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਧੰਨ ਵਾਹਿਗੁਰੂ ਸਾਹਿਬ ਜੀ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ। ਲਾਹਾ ਖਟਿਓ ਦਿਹਾੜੀ, ਇਹ ਧਨ ਤਿਨਾ ਮਿਲਿਆ। ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ। ਮਨ ਹੋਆ ਵਣਜਾਰਾ, ਕਹਿ ਨਾਨਕ ਹਰ ਰਾਸ ਮੇਰੀ। ਮਨ ਹੋਆ ਵਣਜਾਰਾ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਸਵਾਰਥੀਨਹਾਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਅਤ ਸਤਿਕਾਰਯੋਗ ਸਤ ਸੰਗੀ ਜਨੋ। ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਪਾਵਨ ਗੁਰਬਾਣੀ ਦੇ ਨਾਲ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ। ਆਓ ਰਲ ਮਿਲ ਕੇ ਗੁਰੂ ਦੀਆਂ ਬਖਸ਼ਿਸ਼ਾਂ, ਉਹਨਾਂ ਦੇ ਦਿੱਤੀ ਹੋਈ ਸਿੱਖਿਆ ਨੂੰ ਗ੍ਰਹਿਣ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ, ਆਪਣੇ ਜਿਉਣ ਦੇ ਢੰਗ ਤਰੀਕੇ ਨੂੰ ਸੋਹਣਾ ਸੁਖਾਲਾ ਕਰਨ ਦਾ ਯਤਨ ਕਰੀਏ। ਪਾਵਨ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਨਾਲ ਨਾਲ ਵਿਚਾਰ ਕੇ ਆਪਾਂ ਗੁਰੂ ਤੋਂ ਸੇਧ ਲੈਂਦੇ ਰਹੀਏ ਕਿ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਕਰਦੇ ਨੇ। ਆਓ ਆਪਾਂ ਜੋ ਆਨੰਦ ਸਾਹਿਬ ਦੀ ਲੜੀਵਾਰ ਵਿਚਾਰ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਅੱਜ ਦਾ ਜੋ 31 ਨੰਬਰ ਪਦਾ ਆਨੰਦ ਬਾਣੀ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਪਾਵਨ ਵਿਚਾਰ ਨੂੰ ਆਪਾਂ ਨੇ ਸਮਝਣ ਦਾ ਯਤਨ ਕਰਨਾ ਹੈ। ਸੋ ਬੇਨਤੀ ਹੈ ਭਾਈ ਕਿ ਜ਼ਰੂਰ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰੂ ਦੇ ਚਰਨ ਕਮਲਾਂ ਪਾਸ ਜੁੜਨ ਦਾ ਯਤਨ ਕਰੀਏ। ਗੁਰ ਦਰਬਾਰ ਵਿੱਚ ਹਾਜ਼ਰੀ ਭਰੀਏ।
ਤਾਂ ਜੋ ਇਕੱਠਿਆਂ ਬੈਠ ਕੇ ਗੁਰਬਾਣੀ ਨੂੰ ਵਿਚਾਰ ਕੇ ਸੋਹਣਾ ਉਪਦੇਸ਼ ਇੱਕ ਦੂਜੇ ਨਾਲ ਸਾਂਝਾ ਕਰ ਸਕੀਏ। ਜਿੱਥੇ ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਜਿਉਂਦਿਆਂ ਹੋਇਆਂ ਇੱਕ ਦੂਸਰੇ ਦੇ ਨਾਲ ਮੇਲ ਮਿਲਾਪ ਰੱਖਦੇ ਹਾਂ, ਇੱਕ ਦੂਜੇ ਦੇ ਨਾਲ ਵਪਾਰ ਕਰਦੇ ਹਾਂ, ਕਿਸੇ ਨੂੰ ਕੁਝ ਦੇ ਕੇ ਕੁਝ ਲੈਣ ਦਾ ਯਤਨ ਕਰਦੇ ਹਾਂ। ਜੀਵਨ ਦਾ ਜਿਹੜਾ ਢੰਗ ਹੈ, ਜੀਵਨ ਦਾ ਜੋੜ ਮੇਲ ਹੈ, ਜਿਹੜਾ ਇੱਦਾਂ ਚੱਲਦਾ ਹੈ, ਕਿਉਂਕਿ ਮਨੁੱਖ ਇੱਕ ਦੂਜੇ ਦੇ ਉੱਤੇ ਨਿਰਭਰ ਹੈ। ਜੀਵਨ ਜਿਉਇਆ ਨਹੀਂ ਜਾ ਸਕਦਾ ਇਕੱਲਿਆਂ। ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਕਿਸੇ ਤੋਂ ਕੁਝ ਖਰੀਦ ਕੇ ਕੁਝ ਵੇਚਦੇ ਹਾਂ, ਜਾਂ ਕਿਸੇ ਤੋਂ ਕੁਝ ਚੀਜ਼ ਮੰਗਦੇ ਹਾਂ, ਆਪਣੇ ਕੋਲ ਨਹੀਂ, ਕਿਸੇ ਤੋਂ ਉਧਾਰੀ ਫੜ ਕੇ ਜਾਂ ਕਿਸੇ ਤੋਂ ਲੈ ਕੇ ਇੱਦਾਂ ਚੱਲਦਾ ਹੈ। ਆਮ ਜਦੋਂ ਛੋਟੇ ਪੱਧਰ 'ਤੇ ਵੇਖਾਂਗੇ, ਆਮ ਸਾਡੇ ਘਰਾਂ ਦੇ ਅੰਦਰ ਇੱਕ ਦੂਜੇ ਘਰ ਤੋਂ ਆਪਾਂ ਕੋਈ ਵੀ ਵਸਤਾ ਖਾਣ ਵਾਲੀ ਹੈ, ਕਿਵੇਂ ਦੀ ਆ, ਵਰਤੋਂ ਵਿੱਚ ਆਉਣ ਵਾਲੀ ਆ, ਆਪਾਂ ਮੰਗ ਕੇ ਇੱਕ ਦੂਸਰੇ ਤੋਂ ਕੰਮ ਸਾਰਦੇ ਹਾਂ, ਕਿਉਂਕਿ ਇਹੀ ਜੀਵਨ ਹੈ। ਇੱਦਾਂ ਹੀ ਚੱਲਦੇ ਰਹਿਣਾ ਹੈ, ਇੱਦਾਂ ਹੀ ਜਿਉਇਆ ਜਾਣਾ, ਇੱਕ ਦੂਸਰੇ ਦੇ ਉੱਤੇ ਨਿਰਭਰ ਹੋ ਕੇ। ਤੇ ਧਰਮ ਦੀ ਜਗਤ ਦੇ ਵਿੱਚ ਜਦੋਂ ਵੇਖੀਏ, ਦੁਨਿਆਵੀ ਚੀਜ਼ਾਂ ਤਾਂ ਆਪਾਂ ਬਹੁਤੀਆਂ ਲੈ ਲੈਂਦੇ ਹਾਂ। ਪੈਸਾ ਕਿਸੇ ਤੋਂ ਲੈਤਾ ਹੈ ਤਾਂ ਸਮਾਂ ਪਾ ਕੇ ਵਾਪਸ ਵੀ ਕਰਨਾ ਪੈਂਦਾ ਹੈ। ਕਿਸੇ ਤੋਂ 10 ਰੁਪਏ ਲਏ, ਵਾਪਸ ਵੀ ਦੇਣੇ ਪੈਣਗੇ। ਤੇ ਜੇ ਕਿਤੇ ਕੋਈ ਚੀਜ਼ ਲੈਣੀ ਹੈ, 100 ਰੁਪਏ ਦੀ ਚੀਜ਼ ਲੈਣੀ ਹੈ, 100 ਦਾ ਨੋਟ ਦਿੱਤਾ ਤੇ ਵਸਤ ਲੈ ਲਈ, ਠੀਕ ਹੈ, 100 ਦਾ 100 ਰੁਪਇਆ ਗਿਆ ਤੇ ਚੀਜ਼ ਆਈ ਹੈ, ਨਾ ਤਾਂ ਉਹਦਾ ਮੁਨਾਫਾ ਹੋਇਆ ਹੈ ਤੇ ਨਾ ਉਹਦਾ ਘਾਟਾ ਹੋਇਆ। 100 ਦੇ ਬਦਲੇ 100 ਦੀ ਚੀਜ਼ ਆ ਗਈ। ਪਰ ਜਦੋਂ ਆਪਾਂ ਧਰਮ ਦੇ ਜਗਤ ਵਿੱਚ ਵੇਖਣ ਦਾ ਯਤਨ ਕਰਾਂਗੇ, ਦੁਨਿਆਵੀ ਚੀਜ਼ਾਂ ਤਾਂ ਅਸੀਂ ਮੁੱਲ ਲੈ ਲੈਂਦੇ ਹਾਂ, ਜਾਂ ਵੱਟਾ ਸੱਟਾ ਹੀ ਹੁੰਦਾ ਹੈ, ਪੈਸੇ ਦੇ ਕੇ ਚੀਜ਼ ਖਰੀਦ ਲੈਂਦੇ ਹਾਂ। ਤੇ ਜਦੋਂ ਆਪਾਂ ਧਰਮ ਜਗਤ ਵਿੱਚ ਵੇਖਾਂਗੇ, ਗੁਰੂ ਦੇ ਸੋਹਣੇ ਉਪਦੇਸ਼ ਨੂੰ ਵਿਚਾਰਾਂਗੇ, ਤਾਂ ਇਹਨੂੰ ਜਿੰਨਾ ਆਪਾਂ ਵਿਚਾਰਾਂਗੇ, ਜਿੰਨਾ ਇਹਨੂੰ ਵੇਚਣ ਦਾ ਯਤਨ ਕਰਾਂਗੇ, ਵੇਚਣ ਦਾ ਭਾਵ ਇਹ ਨਹੀਂ ਕਿ ਪੈਸਿਆਂ ਬਦਲੇ ਵੇਚਣ ਲੱਗ ਪਈਏ, ਨਹੀਂ, ਜਿੰਨਾ ਇੱਕ ਦੂਜੇ ਵਿੱਚ ਵੰਡਣ ਦਾ ਯਤਨ ਕਰਾਂਗੇ, ਇਹਦਾ ਅੱਟਾ ਸੱਟਾ ਨਹੀਂ ਹੁੰਦਾ, ਸਗੋਂ ਇਹ ਵੱਧਦਾ ਹੈ। ਇਹ ਨਹੀਂ ਕਿ ਜਿਹੜੀ ਚੀਜ਼ ਦਿੱਤੀ ਹੈ ਉਹਦੇ ਬਦਲੇ ਉਨੇ ਮੁੱਲ ਦੀ ਕੋਈ ਚੀਜ਼ ਮਿਲੂਗੀ, ਨਹੀਂ। ਪੈਸਾ ਕਿਸੇ ਨੂੰ ਦਿੱਤਾ 10 ਰੁਪਏ, ਕਿਸੇ ਨੂੰ ਦਿੱਤੇ ਉਦੋਂ 10 ਰੁਪਏ ਲੈ ਲਏ, ਬਰਾਬਰ ਹੈ। ਪਰ ਜੇ ਕਿਸੇ ਕੋਲ ਗੁਰੂ ਦੀ ਮੱਤ ਹੈ, ਸੋਹਣਾ ਵਿਚਾਰ ਹੈ, ਜੇ ਬੰਦੇ ਕੋਲ ਆਪਣੇ ਕੋਲ ਇੱਕ ਸੋਹਣਾ ਵਿਚਾਰ ਹੈ, ਦੂਸਰੇ ਕੋਲ ਹੈ, ਜਦੋਂ ਇੱਕ ਦੂਜੇ ਨੂੰ ਸਾਂਝਾ ਕਰਨਗੇ, ਇਹ ਨਹੀਂ ਕਿ ਮੇਰੇ ਵਾਲਾ ਵਿਚਾਰ ਹੁਣ ਮੈਂ ਉਹਨੂੰ ਦੇ ਦਿੱਤਾ, ਮੇਰੇ ਕੋਲੇ ਵੀ ਰਹਿ ਗਿਆ ਉਹ ਵਿਚਾਰ ਤੇ ਦੂਜੇ ਕੋਲੇ ਵੀ ਚਲਾ ਗਿਆ। ਉਹਦੇ ਕੋਲੇ ਕੋਈ ਚੰਗਾ ਵਿਚਾਰ ਹੈ, ਉਹਨੇ ਮੈਨੂੰ ਦੇ ਦਿੱਤਾ, ਮੇਰੇ ਕੋਲੇ ਵੀ ਆ ਗਿਆ, ਉਹਦੇ ਕੋਲੇ ਵੀ ਰਹਿ ਗਿਆ। ਉੱਤਮ ਵਿਚਾਰ ਇੱਦਾਂ ਵੱਧਦੇ ਜਾਂਦੇ ਨੇ। ਆਪਾਂ ਰਲ ਮਿਲ ਬੈਠੇ ਆ, ਗੁਰੂ ਦੀ ਸਿੱਖਿਆ ਨੂੰ ਜਿੰਨਾ ਕੁਝ ਸਮਝ ਲੱਗਦੀ ਹੈ ਤੁਹਾਡੇ ਨਾਲ ਸਾਂਝ ਪਾਉਣ ਦਾ ਯਤਨ ਕਰਦੇ, ਕੋਈ ਘੱਟ ਥੋੜ੍ਹੀ ਰਿਹਾ। ਜਾਂ ਇਹ ਨਹੀਂ ਕਿ ਮੈਂ ਤੁਹਾਨੂੰ ਸੁਣਾ ਦਿੱਤਾ ਵਿਚਾਰ ਕੇ ਜਾਂ ਮੇਰੇ ਕੋਲੋਂ ਮੁੱਕ ਗਿਆ, ਨਹੀਂ, ਸਗੋਂ ਵਾਧਾ ਹੋਇਆ ਹੈ। ਜਿੰਨੇ ਬੰਦੇ ਬੈਠੇ ਆ ਸਾਰਿਆਂ ਕੋਲ ਇੱਕ ਇੱਕ ਕੀਮਤੀ ਵਿਚਾਰ ਹੋਰ ਚਲਿਆ ਗਿਆ। ਜਿੰਨੇ ਤੁਹਾਡੇ ਕੋਲ ਹੈ ਉਹਨਾਂ ਦੇ ਵਿੱਚ ਇੱਕ ਦਾ ਵਾਧਾ ਹੋਇਆ, ਨਾ ਮੇਰੇ ਕੋਲ ਘਟਿਆ ਤੇ ਤੁਹਾਡੇ ਕੋਲ ਵਾਧਾ ਹੋਇਆ। ਤੁਹਾਡੇ ਤੋਂ ਮੈਂ ਸੋਹਣਾ ਵਿਚਾਰ ਲੈ ਕੇ ਸੁਣ ਲਿਆ, ਮੇਰੇ ਕੋਲ ਵਾਧਾ ਹੋ ਗਿਆ। ਇਹ ਚੀਜ਼ ਇੱਦਾਂ ਵੱਧਦੀ ਜਾਂਦੀ ਹੈ। ਦੁਨਿਆਵੀ ਪਦਾਰਥਾਂ ਵਾਂਗ ਨਹੀਂ ਕਿ ਵੱਟਾ ਸੱਟਾ ਹੋ ਗਿਆ ਉਹ ਉਨਾ ਹੀ ਮੁੱਲ ਰਵੇ, ਨਹੀਂ, ਇੱਥੇ ਵੱਧਦਾ ਹੀ ਜਾਂਦਾ ਹੈ। ਕੀਮਤੀ ਵਿਚਾਰ ਹਮੇਸ਼ਾ ਵੱਧਦੇ ਜਾਂਦੇ ਨੇ। ਜਿੰਨੇ ਵੀ ਹੈ ਕਿਸੇ ਨੂੰ ਵਿਚਾਰ ਦਈਏ ਤੇ ਉਹ ਤੋਂ ਗ੍ਰਹਿਣ ਕਰੀਏ, ਵੱਧਦੇ ਹੀ ਜਾਣਗੇ, ਸਿਆਣਪ ਵਿੱਚ ਵਾਧਾ ਹੁੰਦਾ ਜਾਂਦਾ ਹੈ। ਅਤੇ ਗੁਰੂ ਦਾ ਉਪਦੇਸ਼ ਸਾਡੀ ਸਮਝ ਵਿੱਚ, ਸਾਡੇ ਗਿਆਨ ਵਿੱਚ, ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਦੇ ਵਿੱਚ ਵਾਧਾ ਕਰਦਾ ਹੈ, ਸਿਆਣਪ ਵਿੱਚ ਵਾਧਾ ਕਰਦਾ ਹੈ। ਸੋ ਆਓ
रल मिल के गुरु अमरदास पातशाह जी का अज 31 नंबर पदा विचारण का यतन करिए। अगलेरियां होर विचारां आरंभ करन तो पहला गुरदरबार की मर्यादा निभा लीए जी। दशमेश पिता कलगीधर पातशाह वालों बख्शी हुई फतेह दे नाल पा लीए जी। सांझ के बार कहण ते आखो जी वाहिगुरू जी का खालसा वाहिगुरू जी की फतेह। गुरु अमरदास पातशाह जी जो अज दे पावन उपदेश दे विच सानू समझाउंदे ने कि मेरा मन है जिहड़ा बनजारा बन गया। बनजारा काहदा बनिया है? परमात्मा दे नाम रूपी रास दा, नाम तन दा। रास दा मतलब हुंदा है तन, रास भाव पूंजी धन। मेरा मन परमात्मा दे नाम दा व्यापारी हो गया, ਉਹਦੇ नाम दा धन पदार्थ खटदा है। ते बनिया किदां, इत्थों तक पहुँचिया किवें? आपां पढ़िया सी ना पिछे, ऐसा सतगुर जे मिलै तिसनों सिर सौंपीआ विचों आप जाए। भाव मन मैं गुरु नूं दिता है तां उहदा नाम दा वपार करन लगे है। अपने आप नहीं, पहलां करना पैना है। पहलां वो जिन्ने उपदेश सतगुरु ने पहलां दिते ने वो अपनाने पैणगे। अपना मन गुरु नूं अर्पण करना पवेगा, फिर किते जाके बनजारा बनदा। पहलां की सी? पहलां मेरा चित्त सी, जिहड़ा मेरा मन सी गुरु दे पासे अनुसार नहीं सी। सतगुरु जी का उपदेश पढ़ते हैं ना, कब हूँ जियड़ा ऊब चढ़त है, कब हूँ जाए पयाले लोभी, जियड़ा थिर ना रहता चारे कुंडा भाले। पहला मेरा मन बड़े ठेडे खांदा सी, बड़ा डिगदा सी। कदे इहदी रफ्तार तेज हुंदी सी, कदे धीमी हुंदी सी, कदे गंदगी दे उत्ते डिगदा सी ते कदे बड़ा धर्मी भी बन जांदा सी। कबों जिहड़ा ऊब चढ़ता, किते किते आके चित्त करदा मैं गुरद्वारे जा आवां। कदे कदे तां आके महीने विच एक ही दिन आउंदा है कि गुरद्वारे आके बड़ी सेवा करन दा चित्त करदा है, पर आथन नूं बदल गया। फिर महीना समझ ही नहीं आई गुरद्वारे दी, फिर महीने बाद याद आउंदा है फिर अज जा आईए। हुंदा है ना किते किते, जां कई बार बहुता देखीदा है कि हफ्ते बाद एक गेड़ा मार लिया होना अगले हफ्ते, इदां ही हुंदा है। भाव यह है कि गुरु दे प्रति रुचि नहीं है, गुरु दे प्रति प्यार नहीं है। प्यार होवे ते क्यों इहो जिहा समा होवे, किहड़ा समा होवे कि गुरु दे दर ते जाण तो मेरा मन खुश होवे। गुरु दे दर ते जाया ही वो दिन होवे ना इहो जिहा जिद्दण मैं जावां ना। मन नूं बैराग होवे, मन दे विच दुख होवे कि अज जाया नहीं गया, अज चैन नहीं, गुरु दे दर ते पहुँचिया नहीं गया। काम तो इत्थों शुरू होना ने। हालांकि आपां जिंदगी जिउण दा ढंग तरीका सीखना, पर हौली हौली शुरू तो इत्थों आउणा पैना है किरा, फिर इत्थों ढंग तरीका सीख के दुनिया विच विचरना है, आउणा पहला पैना है। ते सतगुरु जी की पावन गुरबाणी जदों आपां विचार रहे हाँ, सतगुरु जी कहंदे कि मन है जिहड़ा बदल गया, हुण व्यापारी बन गया, वणजारा बन गया उस नाम रूपी तन दा। दुनिया दे विच तुसीं आम वेख्या होवेगा, बहुते लोग ने जां आम जिहड़े दिमागी पत्तर ते ठीक ने, हरेक बंदा अपनी जिंदगी जिउण दे लई कुछ ना कुछ खरीददा है। कपड़ा खरीद लिया, खाना दाना खरीद लिया, जिहड़ी भी लोड़ वाली चीज़ है वो खरीददा है बंदा। ते खरीदण लग्गिया आपां खुद खरीदते हैं, खरीदण लग्गिया आपां वेखदे आ किन्ना टाइम चलेगी। वधिया चीज़ तो है ना, गारंटी वाली है ना। आपां चीज़ खरीदते हैं, मुੱਲ लग जावे बराबर दा मुੱਲ लगे, आपां चीज़ खरीदते हैं। जे घट दे विच भी सरदा है तो आपां वधिया खरीद लैंदे आ। वधिया होनी चाहिए है, ठीक होवे, चंगी चीज़ होवे, लंबा समा चलन वाली होवे। सियाणप है ना साडी, इहनूं सियाणप कह सकते हैं कि चीज़ परख के लैती है, ये सियाणप है। तो एक वो लोग ने जिन्हां दे विच सियाणप नहीं,
ਜਿਨ੍ਹਾਂ ਦੀ ਮੱਤ ਬੁੱਧ ਕੰਮ ਨਹੀਂ ਕਰਦੀ, ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਨਹੀਂ ਪਤਾ, ਉਹ ਕੋਈ ਚੀਜ਼ ਨਾ ਖਰੀਦ ਸਕਦੇ ਆ ਅਤੇ ਨਾ ਵੇਚ ਸਕਦੇ ਆ। ਬਹੁਤੇ ਨੇ ਜਿਨ੍ਹਾਂ ਨੂੰ ਆਪਾਂ ਮੈਂਟਲ ਕਹਿ ਦਿੰਦੇ ਆ, ਪਾਗਲ ਕਹਿ ਦਿੱਤਾ, ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਨਹੀਂ ਪਤਾ। ਉਹਨਾਂ ਦੀ ਜ਼ਿੰਦਗੀ ਵੇਖ ਲਵੋ, ਆਪਾਂ ਆਮ ਦੇਖਦੇ ਹਾਂ, ਉਹਨਾਂ ਨੂੰ ਜ਼ਿੰਦਗੀ ਦੇ ਨਾਲ ਕੋਈ ਖਰਾਬ ਹੋ ਰਿਹਾ ਜਾਂ ਸਬਰ ਰਿਹਾ, ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ, ਕਿਉਂਕਿ ਮੱਤ ਨਹੀਂ। ਉਹ ਕਿਵੇਂ ਦਾ ਵੀ ਉਹਨਾਂ ਨੂੰ ਪਤਾ ਨਹੀਂ ਕਿਹੜੀ ਚੀਜ਼ ਪਹਿਨਣੀ ਹੈ ਅਤੇ ਕਿਹੜੀ ਖਾਣੀ ਹੈ। ਤੁਰੇ ਜਾਂਦੇ ਆ, ਕੋਈ ਹੱਥ ਵਿੱਚ ਰੋੜਾ ਆ ਗਿਆ ਚੱਕ ਲਿਆ, ਕੋਈ ਹੋਰ ਚੀਜ਼ ਆ ਗਈ ਚੱਕ ਲਿਆ, ਕੋਈ ਕੱਪੜਾ ਲੀੜਾ ਆ ਗਿਆ ਚੱਕ ਕੇ ਜੇਬ 'ਚ ਪਾ ਲਿਆ। ਇੱਦਾਂ ਹੀ ਆ, ਕੋਈ ਚੀਜ਼ ਕੋਈ ਵੀ ਆ ਖਾਣ ਵਾਲੀ ਨਹੀਂ ਤਾਂ ਇੱਦਾਂ ਹੀ ਹੈਗੀ ਆ ਜਾਂ ਨਹੀਂ ਹੈਗੀ, ਬਸ ਮੂੰਹ 'ਚ ਪਾ ਲਈ। ਕਿੱਦਾਂ ਵੀ ਆ, ਨਾ ਨਹਾਉਣਾ ਅਤੇ ਨਾ ਧੋਣਾ, ਨਹੀਂ ਜ਼ਿੰਦਗੀ ਜਿਉਣ ਦਾ ਢੰਗ ਪਤਾ। ਇੱਕ ਉਹ ਨੇ ਜਿਹੜੇ ਸੋਚ ਸਮਝ ਕੇ ਆਪਣੀ ਸਿਆਣਪ ਦੇ ਨਾਲ ਚੀਜ਼ ਖਰੀਦਦੇ ਨੇ ਕਿ ਆਹ ਮੇਰੇ ਲਈ ਠੀਕ ਹੈ, ਪਰ ਇੱਕ ਉਹ ਨੇ ਜਿਨ੍ਹਾਂ ਦੀ ਮੱਤ ਬੁੱਧ ਨਹੀਂ ਕੰਮ ਕਰਦੀ ਕਿ ਆਹ ਚੀਜ਼ ਸਾਡੇ ਕੰਮ ਆਉਣੀ ਹੈ ਜਾਂ ਨਹੀਂ ਆਉਣੀ ਹੈ, ਆਹ ਰਾਹ ਹੈ ਜਿਹੜਾ ਇੱਧਰ ਨੂੰ ਜਾਣਾ ਹੈ ਜਾਂ ਨਹੀਂ ਜਾਣਾ, ਨਹੀਂ ਪਤਾ। ਆਹ ਮੇਰਾ ਕੀ ਲੱਗਦਾ, ਇਹਨੂੰ ਕਿਵੇਂ ਬੁਲਾਉਣਾ ਹੈ, ਨਹੀਂ ਪਤਾ। ਅਤੇ ਇਹਨੂੰ ਧਰਮ ਦੀ ਜਗਤ ਦੇ ਵਿੱਚ ਜਦੋਂ ਆਪਾਂ ਇਸ ਗੱਲਾਂ ਨੂੰ ਵੇਖਾਂਗੇ, ਇੱਕ ਉਹ ਲੋਕ ਜਿਹੜੇ ਬੜੀ ਸਿਆਣਪ ਦੇ ਨਾਲ ਚੱਲਦੇ ਨੇ, ਬੜੀ ਸਿਆਣਪ ਦੇ ਨਾਲ ਚੀਜ਼ ਖਰੀਦਦੇ ਨੇ, ਵਸਤ ਖਰੀਦਦੇ ਨੇ, ਸੱਚੀ ਹੈ ਜਿਹੜੀ ਸਦਾ ਸਾਥ ਦੇਣ ਵਾਲੀ ਹੈ, ਜਿਹੜੀ ਸਹੀ ਹੈ, ਉਹਨੂੰ ਖਰੀਦਦੇ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਚੀਜ਼ ਖਰੀਦਣ ਦਾ ਢੰਗ ਨਹੀਂ ਪਤਾ। ਪਾਵਨ ਗੁਰਬਾਣੀ ਪੜ੍ਹਿਓ। ਸਤਿਗੁਰੂ ਜੀ ਜਦੋਂ ਸਾਨੂੰ ਵਪਾਰ ਕਰਨ ਦਾ ਤਰੀਕਾ, ਆਪਾਂ ਗੁਰਬਾਣੀ ਵਾਲੇ ਪਾਸੇ ਆ ਗਏ, ਜਦੋਂ ਵਪਾਰ ਕਰਨ ਦੀ ਗੱਲ ਦੱਸਦੇ ਨੇ ਕਿ ਜੇ ਕੋਈ ਚੀਜ਼ ਖਰੀਦਣੀ ਹੈ, ਆਮ ਜੇ ਦੁਨੀਆ ਦੇ ਵਿੱਚ ਆਪਾਂ ਇਹ ਗੱਲ ਨੂੰ ਰੱਖ ਰਹੇ ਹਾਂ ਕਿ ਆਪਾਂ ਘੋਖ ਕੇ ਦੇਖ ਕੇ ਟੋਹ ਕੇ ਸਾਰੇ ਪਾਸਾ ਵੇਖ ਕੇ ਚੀਜ਼ ਖਰੀਦ ਰਹੇ ਹਾਂ। ਕੋਈ ਵੀ ਹੈ, ਕੱਪੜਾ ਲੀੜਾ ਖਰੀਦਣਾ, ਆਪਾਂ ਚੱਕ ਵੇਖਦੇ ਹਾਂ ਕਿਤੇ ਕੋਈ ਟਾਕੀ ਤਾਂ ਲੱਗੀ ਹੋਈ। ਸਤਿਗੁਰੂ ਜੀ ਕਹਿੰਦੇ ਪਹਿਲਾਂ ਵਸਤ ਸਿਆਣ ਕੈ ਤਾਂ ਕੀਚੈ ਵਪਾਰ। ਪਹਿਲਾਂ ਵਸਤ ਨੂੰ ਪਹਿਚਾਣ, ਉਹਨੂੰ ਵੇਖ, ਉਹਦਾ ਢੰਗ ਤਰੀਕਾ ਵੇਖ, ਉਹਨੂੰ ਦੇਖ ਵਧੀਆ ਹੈ, ਜੇ ਇਹ ਮੁੱਲ ਵਾਲੀ ਹੈ ਤਾਂ ਇੰਨੇ ਪੈਸੇ ਦੇਣੇ ਬਣਦੇ ਨੇ, ਜੇ ਇਹਦਾ ਕੋਈ ਫਾਇਦਾ ਨਹੀਂ ਤਾਂ ਇੰਨੇ ਪੈਸਿਆਂ ਦੀ ਨਹੀਂ ਹੈ, ਜਾਂ ਇਹ ਮੇਰੇ ਕੰਮ ਆਉਣ ਵਾਲੀ ਨਹੀਂ। ਧਰਮ ਦੇ ਜਗਤ ਵਿੱਚ ਵੇਖੀਏ, ਇਹੋ ਜਿਹੇ ਲੋਕ ਨੇ ਜਿਹੜੇ ਸੋਚ ਵਿਚਾਰ ਕੇ ਚੱਲਦੇ ਨੇ, ਭਾਵ ਕਿ ਸਹੀ ਮੱਤ ਹੈ ਜਿਨ੍ਹਾਂ ਕੋਲ ਸਿਰਫ ਅਤੇ ਸਿਰਫ ਗੁਰੂ ਦੀ ਸਮਝ ਹੈ। ਜ਼ਿੰਦਗੀ ਜਿਉਣ ਦੇ ਲਈ, ਜ਼ਿੰਦਗੀ ਨੂੰ ਤੋਰਨ ਦੇ ਲਈ ਆਪਣੀ ਸੁਰਤ ਤੋਂ, ਆਪਣੀ ਮੱਤ ਤੋਂ ਕੰਮ ਲੈਂਦੇ ਨੇ। ਜਿਹੜੀ ਚੀਜ਼ ਚੰਗੀ ਹੈ ਸਿਰਫ ਉਹਦਾ ਵਪਾਰ, ਭਾਵ ਕਿ ਉਸ ਅਕਾਲ ਪੁਰਖ ਪਰਮਾਤਮਾ ਵੱਲੋਂ ਆਈ ਹੋਈ ਗੁਰਬਾਣੀ, ਸ਼ਬਦ ਗੁਰੂ, ਸਿਰਫ ਅਤੇ ਸਿਰਫ ਇਹਨੂੰ ਕਮਾਉਣ ਦਾ ਯਤਨ ਕਰਦੇ ਨੇ। ਸਿਰਫ ਇਹਦੇ ਅਨੁਸਾਰ ਜਿਹੜੀ ਬਾਣੀ ਗੁਰੂ ਹੈ, ਬਾਣੀ ਇਹਦੇ ਅਨੁਸਾਰ ਚੱਲਦੇ ਨੇ, ਭਾਵ ਕਿ ਗੁਰੂ ਦੀ ਮੱਤ ਸਿਆਣਪ ਦੇ ਨਾਲ ਚੱਲ ਰਹੇ ਨੇ। ਪਰ ਇੱਕ ਉਹ ਨੇ ਜਿਹੜਾ ਜਿੱਥੋਂ ਕੁਝ ਮਿਲਿਆ ਉੱਥੋਂ ਲੈ ਲਿਆ। ਧਰਮ ਦੇ ਜਗਤ ਵਿੱਚ ਵੇਖ ਰਹੇ ਹਾਂ, ਇਹ ਸਿਆਣਪ ਲੈਣੀ ਹੈ ਅਸੀਂ ਗੁਰੂ ਤੋਂ ਕਿ ਸਾਨੂੰ ਪਤਾ ਹੋਵੇ। ਜਿਹਨੂੰ ਆਪਾਂ ਵਿਵੇਕ ਬੁੱਧ ਕਹਿੰਦੇ ਹਾਂ, ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਅਸੀਂ ਖਰੀਦਣੀ ਕਿਹੜੀ ਚੀਜ਼ ਹੈ, ਸਾਡੇ ਫਾਇਦੇ ਦੀ ਕਿਹੜੀ ਹੈ, ਕਿਹੜੀ ਲੈ ਕੇ ਅਸੀਂ ਜ਼ਿੰਦਗੀ ਜਿਉਂ ਸਕਦੇ ਹਾਂ। ਪਰ ਇੱਕ ਉਹ ਲੋਕ ਨੇ ਜਿੱਥੋਂ ਕੁਝ ਮਿਲਿਆ ਉੱਥੋਂ ਚੱਕ ਲਿਆ, ਦੂਜੇ ਪਾਸੇ ਜਾ ਕੇ ਛੱਡ ਦਿੱਤਾ। ਇੱਦਾਂ ਹੀ ਹੈ ਨਾ, ਬਹੁਤਿਆਂ ਦਾ ਹਾਲ ਇਵੇਂ ਹੈ। ਜਿੱਥੇ ਕਿਤੇ ਗਏ, ਪਹਿਲੀ ਗੱਲ ਸਾਨੂੰ ਪਤਾ ਨਹੀਂ, ਕਿਉਂਕਿ ਕਮਲਿਆਂ ਦੀ ਮੱਤ ਇਹ ਹੁੰਦੀ ਹੈ ਕਿ ਬੰਦਾ ਜਿੱਧਰ ਮੂੰਹ ਕੀਤਾ ਉੱਧਰ ਤੁਰ ਪੈਂਦਾ। ਅਤੇ ਬਹੁਤੇ ਡਾਰਾਂ ਇਵੇਂ ਦੀਆਂ ਨੇ, ਜਿੱਧਰ ਚਿੱਤ ਕੀਤਾ, ਜਿੱਧਰ ਨੂੰ ਲੋਕ ਗਏ ਉੱਧਰ ਤੁਰ ਪਏ। ਇਵੇਂ ਹੀ ਹੈ ਨਾ, ਸਾਡਾ ਧਰਮ ਦੇ ਜਗਤ ਦੀ ਗੱਲ ਕਰ ਰਹੇ ਹਾਂ। ਹੁਣ ਆਪਾਂ ਗੁਰਬਾਣੀ ਨੂੰ ਵਿਚਾਰੇ ਤਾਂ ਗੁਰਬਾਣੀ ਨੇ ਸਾਨੂੰ ਧਰਮ ਹੀ ਸਿਖਾਉਣਾ। ਬਿਨ ਨਾਵੈ ਜਗ ਕਮਲਾ ਫਿਰੈ, ਜਦੋਂ ਸਿਆਣਪ ਨਹੀਂ, ਗੁਰੂ ਵਾਲੀ ਮੱਤ ਨਹੀਂ ਹੈ, ਨਾਮ ਨਹੀਂ, ਨਾਮ ਭਾਵ ਸਿਆਣਪ ਨਹੀਂ ਹੈ, ਜਗ ਕਮਲਾ ਹੈ। ਅਤੇ ਕਮਲਿਆਂ ਦੇ ਹਾਲ ਕੀ ਨੇ? ਚੀਜ਼ ਖਰੀਦਣ ਦਾ ਢੰਗ ਨਹੀਂ ਹੈ,
ਤੇ ਧਰਮ ਦੇ ਜਗਤ ਦੇ ਵਿੱਚ ਸਾਨੂੰ ਵੀ ਨਾਮ ਖਰੀਦਣ ਦਾ ਢੰਗ ਨਹੀਂ। ਜਿੱਥੇ ਗਏ ਉਹਦੇ ਹੋ ਕੇ ਰਹਿ ਗਏ, ਹੋਰ ਥਾਂ ਗਏ, ਇੱਕ ਥਾਂ ਹੀ ਨਹੀਂ ਕਿ ਇੱਕ ਥਾਂ ਟਿਕ ਗਏ, ਨਹੀਂ। ਜਦੋਂ ਮਾਤੀ ਲੱਗੀ ਹੋਈ ਹੈ, ਜਦੋਂ ਚੇਤੀ ਇੱਧਰ ਜੁੜਿਆ ਥਾਂ ਥਾਂ 'ਤੇ ਭਟਕਣ ਦਾ, ਤਾਂ ਜਿੱਥੇ ਗਏ ਉੱਧਰੋਂ ਕੁਝ ਲੈ ਲਿਆ, ਇੱਧਰ ਨੂੰ ਗਏ ਉੱਧਰੋਂ ਲੈ ਲਿਆ। ਬੰਦੇ ਬਹੁਤੇ ਨੇ ਤੁਸੀਂ ਜ਼ਿੰਦਗੀ ਵਿੱਚ ਵੇਖਿਆ ਹੋਣਾ, ਹਾਲਾਤ ਬਹੁਤਿਆਂ ਦੇ ਇੱਥੋਂ ਤੱਕ ਨੇ, ਪਹਿਲਾਂ ਆਹ ਕੁਝ ਕਰਦਾ ਸੀ ਹੁਣ ਆਹ ਬਣ ਗਿਆ, ਆਹ ਛੱਡ ਦਿੱਤਾ ਹੁਣ ਆਹ ਬਣ ਗਿਆ, ਇੱਧਰ ਗਿਆ ਇੱਧਰ ਜੁੜ ਗਿਆ। ਹੁਣ ਬਹੁਤਿਆਂ ਦੀ ਜ਼ਿੰਦਗੀ ਇਵੇਂ ਹੀ ਹੈ, ਸਾਲ ਕੁ ਇੱਧਰ, ਇੱਧਰੋਂ ਬਦਲ ਕੇ ਹੁਣ ਉੱਧਰਲੀ ਸਾਈਡ, ਜ਼ਿੰਦਗੀ ਇਵੇਂ ਹੈ। ਬਹੁਤਿਆਂ ਦਾ ਹਾਲ ਇਹ ਹੈ ਕਿ ਵਪਾਰ ਕਰਨ ਦਾ ਢੰਗ ਤਰੀਕਾ ਨਹੀਂ ਪਤਾ, ਨਹੀਂ ਪਤਾ ਗੁਰੂ ਦੀ ਬਾਣੀ ਦੇ ਨਾਲ ਨਹੀਂ ਜੁੜੇ, ਇੱਥੋਂ ਸਿੱਖਿਆ ਨਹੀਂ ਜਿਉਣਾ ਕਿਵੇਂ ਹੈ। ਜਿੱਥੋਂ ਲੋਕਾਂ ਨੇ ਵੰਡਿਆ ਉਵੇਂ ਹੋ ਗਿਆ, ਗੁਰੂ ਦੀ ਮੱਤ ਨੂੰ ਲੈ ਕੇ ਆਪ ਪੜ੍ਹਿਆ ਨਹੀਂ, ਵਿਚਾਰਿਆ ਨਹੀਂ। ਕਿਉਂਕਿ ਜੇ ਸਿਆਣਪ ਹੁੰਦੀ, ਸਿਆਣਪ ਦੇ ਨਾਲ ਵਪਾਰ ਕਰਨਾ ਹੁੰਦਾ ਤਾਂ ਗੁਰਬਾਣੀ ਨੂੰ ਖੁਦ ਪੜ੍ਹਦੇ, ਵਿਚਾਰਦੇ, ਫਿਰ ਉਹ ਤੋਂ ਸਿੱਖਿਆ ਲੈਂਦੇ ਕਿ ਗੁਰੂ ਦੀ ਬਾਣੀ ਸਾਨੂੰ ਕਹਿਣਾ ਕੀ ਚਾਹੁੰਦੀ ਹੈ। ਪਰ ਉਹ ਲੋਕ ਜਿਨ੍ਹਾਂ ਨੇ ਥਾਂ ਥਾਂ ਤੋਂ ਲਿੱਤਾ, ਗੁਰਬਾਣੀ ਪੜ੍ਹਨੀ ਛੱਡੀ, ਅਤੇ ਗੁਰਬਾਣੀ ਪੜ੍ਹਨ ਛੱਡਣ ਤੋਂ ਬਾਅਦ ਜਲਦੀ ਪਾਠ ਹੋਣਾ, ਗੁਰਬਾਣੀ ਸਹਿਜ ਨਾਲ ਨਹੀਂ, ਜਲਦੀ ਹੋ ਜਾਵੇ, ਅਖੰਡ ਪਾਠ ਹੋ ਗਏ, ਜਲਦੀ ਹੋ ਜਾਵੇ। ਹੋਰ ਵੀ ਅੱਗੇ ਸੰਪਟ ਪਾਠ ਹੋ ਗਿਆ, ਹੋਰ ਅੱਗੇ ਮਹਾਸੰਪਟ ਪਾਠ ਹੋ ਗਿਆ, ਜਿੱਥੋਂ ਕੁਝ ਮਿਲਿਆ ਬਸ ਲੈ ਆਂਦਾ, ਆਹ ਠੀਕ ਹੈ। ਅਲੱਗ ਅਲੱਗ ਤਰੀਕਿਆਂ ਦੇ ਸੰਪਟ ਲਾਉਣੇ, ਮਹਾਸੰਪਟ, ਦੂਰਾ ਤੀਰਾ, ਚੌਰਾ ਸੰਪਟ, ਅਨੇਕਾਂ ਤਰੀਕਿਆਂ ਦੇ ਲਾ ਲਾ ਕੇ ਗੁਰਬਾਣੀ ਨਾਲੋਂ ਦੂਰ ਹੋ ਗਏ। ਸਾਨੂੰ ਵਪਾਰ ਕਰਨ ਦੀ ਸੋਝੀ ਨਹੀਂ ਆਈ। ਵਪਾਰ ਗੁਰਬਾਣੀ ਨੂੰ ਵਿਚਾਰ ਕੇ ਕਰਨਾ ਸੀ, ਜਿਹੜੀ ਗੁਰੂ ਨੇ ਮੱਤ ਦੇਣੀ ਸੀ ਉਹਦੇ ਮੁਤਾਬਕ ਹੀ ਰਹਿ ਕੇ ਵਪਾਰ ਕਰਨਾ ਸੀ। ਪਰ ਜਦੋਂ ਗੁਰਬਾਣੀ ਪੜ੍ਹੀ ਨਹੀਂ ਤਾਂ ਸਿਆਣਪ ਆਵੇਗੀ ਕਿੱਥੋਂ। ਬੜੇ ਬੜੇ ਤਰੀਕਿਆਂ ਦੇ ਲੋਕਾਂ ਨੇ ਇੱਥੇ ਟਕਵੰਜ ਆਪਣੇ ਕੰਮ ਚਲਾਉਣ ਦੇ ਲਈ ਸ਼ੁਰੂ ਕਰ ਦਿੱਤੇ, ਅਤੇ ਜਿਹੜੇ ਕਮਲੇ ਹੋਏ ਲੋਕ ਨੇ, ਕਿਉਂਕਿ ਗੁਰਬਾਣੀ ਕਮਲੀ ਕਹਿੰਦੇ ਅਤੇ ਆਪਾਂ ਲਫ਼ਜ਼ ਕਮਲੀ ਵਰਤਣਾ ਹੈ, ਕਮਲੇ ਹੋਏ ਲੋਕ ਉਹਨਾਂ ਪਿੱਛੇ ਲੱਗ ਕੇ ਆਹ ਤਰੀਕਾ ਵਧੀਆ ਹੈ, ਆਹ ਵਿਧੀ ਵਾਲਾ ਪਾਠ ਹੈ, ਆਹ ਸੰਪਟ ਪਾਠ ਹੈ, ਆਹ ਵਧੀਆ ਹੈ। ਇੱਥੋਂ ਤੱਕ ਨਵੀਆਂ ਨਵੀਆਂ ਵੈਰਾਈਟੀਆਂ ਪਾਠਾਂ ਦੀਆਂ ਅਗਲਿਆਂ ਨੇ ਲੈ ਕੇ ਆਏ, ਆਹ ਠੀਕ ਹੈ, ਆਹ ਬੜਾ ਪਵਿੱਤਰ ਪਾਠ ਹੈ, ਇਹਨਾਂ ਦੀ ਮਰਿਆਦਾ ਬਹੁਤ ਹੀ ਵੱਡੀ ਹੈ, ਆਹ ਬਹੁਤ ਜ਼ਿਆਦਾ ਮਰਿਆਦਾ ਹੈ ਇਹਨਾਂ ਦੀ ਇੱਥੋਂ ਵੀ ਵਧੀਆ ਮਰਿਆਦਾ ਹੈ। ਅਤੇ ਅਖੀਰ ਤੱਕ ਗੱਲ ਇੱਥੋਂ ਤੱਕ ਗਈ, ਇੱਕ ਪਾਠ ਹੋ ਰਿਹਾ ਸੀ ਅਤੇ ਬਾਬੇ ਨੇ ਰੌਲ 'ਤੇ ਬੈਠਣ ਤੋਂ ਪਹਿਲਾਂ ਸਾਰੀ ਗੱਲਬਾਤ ਦੱਸੀ ਕਿ ਅਖੰਡ ਪਾਠ ਕਰਨਾ ਹੈ, ਸੰਪਟ ਲਾ ਕੇ ਕਰਨਾ ਹੈ, ਵੱਡੀ ਮਰਿਆਦਾ ਵਾਲਾ ਹੋਰ ਹੈ ਕਿ ਅਖੰਡ ਪਾਠ ਕਰਨਾ ਹੈ। ਜਦੋਂ ਸੰਪਟ ਲੱਗੇਗਾ ਅਸੀਂ ਟੱਲੀ ਖੜਕਾਵਾਂਗੇ, ਕੰਡਿਆਲ ਕੋਰੇ ਪਈ ਹੈ, ਅਸੀਂ ਖੜਕਾਵਾਂਗੇ, ਬਾਹਰ ਇੱਕ ਸਿੰਘ ਬਾਹਰ ਰੱਖਿਆ ਹੈ ਦਾ ਲੈ ਕੇ, ਜਦੋਂ ਟੱਲੀ ਖੜਕੀ ਉਹਨੇ ਇੱਕ ਗੰਨਾ ਵੱਢ ਦੇਣਾ। ਬੱਲੇ ਵੀ ਹੋਰ ਵੀ ਇਦੋਂ ਵੱਡੀ ਮਰਿਆਦਾ ਹੈ, ਤਕੜੀ ਮਰਿਆਦਾ ਹੈ। ਹੁਣ ਟੱਲੀ ਖੜਕਦੀ ਹੈ, ਬੰਦਾ ਵੇਖਦਾ ਹੈ, ਟੱਲੀ ਖੜਕ ਗਈ, ਗੰਨਾ ਵੱਢ ਦੋ, ਆਹ ਵਿਧੀ ਹੈ ਗੁਰਬਾਣੀ ਦੀ, ਆਹ ਵੱਡੀ ਮਰਿਆਦਾ ਹੈ। ਖੌਰੇ ਕਿੱਥੋਂ ਆਈ, ਸਾਡੇ ਧਰਮ ਦਾ ਹਿੱਸਾ ਨਹੀਂ, ਆਇਆ ਕਿੱਥੋਂ? ਜਦੋਂ ਸੰਪਟ ਲੱਗ ਗਿਆ, ਟੱਲੀ ਖੜਕੇਗੀ, ਬੰਦੇ ਨੇ ਬੈਠੇ ਨੇ ਗੰਨਾ ਵੱਢ ਦੇਣਾ ਹੈ, ਵੇਖਣ ਵਾਲੇ ਕਹਿਣਗੇ ਕਿ ਆਹ ਬੜੀ ਵੱਡੀ ਮਰਿਆਦਾ ਹੈ। ਅਤੇ ਗੁਰਬਾਣੀ ਦੇ ਨਾਲ ਕਿਸੇ ਦੀ ਕੋਈ ਸਾਂਝ ਨਹੀਂ, ਬਸ ਧਿਆਨ ਇੱਧਰ ਹੈ ਕਿ ਟਾਈਮ 'ਤੇ ਗੰਨਾ ਵੱਢਣਾ ਚਾਹੀਦਾ। ਧੂਫ ਖਤਮ ਹੋ ਗਈ, ਧੂਫ ਲੱਗਣੀ ਚਾਹੀਦੀ ਹੈ। ਵੇਖੋ ਕਿਤੇ ਜੋਤ ਤਾਂ ਨਹੀਂ ਬੰਦ ਹੋ ਗਈ, ਇੱਧਰ ਧਿਆਨ ਹੈ ਸਾਰਾ ਦਿਨ, ਭਾਵੇਂ ਇੱਧਰ ਨੂੰ ਗੇੜੇ, ਪਰ ਗੁਰਬਾਣੀ ਦਾ ਕਿਹੜਾ ਸ਼ਬਦ ਗਿਆ, ਕਿੰਨੀ ਗੁਰਬਾਣੀ ਪੜ੍ਹੀ ਗਈ, ਉਹਦੇ ਨਾਲ ਸਾਨੂੰ ਕੋਈ ਵਾਹ ਵਾਸਤਾ ਨਹੀਂ। ਜੇ ਮਰਿਆਦਾ ਸਿੱਖਣੀ ਹੈ ਨਾ, ਸਤਿਗੁਰੂ ਜੀ ਦੱਸਦੇ ਨੇ ਮਰਿਆਦਾ, ਪਾਠ ਕਰਨ ਦੀ ਮਰਿਆਦਾ ਦੱਸਦੇ ਨੇ, ਕਿਵੇਂ ਪਾਠ ਕਰਨਾ। ਆਪਾਂ ਕਹਿੰਦੇ ਨਾ ਆਹ ਮਰਿਆਦਾ ਫਲਾਣੇ ਡੇਰੇ ਦੀ, ਆਹ ਮਰਿਆਦਾ ਇੱਥੋਂ ਦੀ, ਆਹ ਪਾਠ ਕਰਨ ਦੀ ਸਹੀ ਮਰਿਆਦਾ, ਆਹ ਸਾਡੀ ਪੁਰਾਤਨ ਮਰਿਆਦਾ ਹੈ। ਗੁਰਬਾਣੀ ਤੋਂ ਸੁਖਲੀ ਮਰਿਆਦਾ ਕਿਹੜੀ ਹੈ? ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਵ, ਆਹ ਹੈ ਮਰਿਆਦਾ, ਆਹ ਹੈ ਮਰਿਆਦਾ। ਗਾਓ ਭਾਵ ਪੜ੍ਹੋ, ਸੁਣੋ, ਮਨ ਰੱਖੀਏ ਭਾਉ, ਆਹ ਹੈ ਮਰਿਆਦਾ ਪਾਠ ਕਰਨ ਦੀ। ਗਾਵੀਆ ਸੁਣੀਐ, ਮਨ ਰੱਖੀਏ ਭਾਉ, ਆਹ ਹੈ। ਗਾਵਿਆ ਸੁਣਿਆ ਤਿਨ ਕਾ ਹਰ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਹ ਹੈ ਅਸਲ ਮਰਿਆਦਾ। ਆਹ ਵਪਾਰ ਕਰਨਾ ਸੀ ਜੇ ਗੁਰੂ ਦੇ ਨਾਲ ਜੁੜੇ ਹੁੰਦੇ। ਆਹ ਸੀ, ਸਾਨੂੰ ਲੋਕਾਂ ਨੇ ਲੁੱਟ ਥੋੜ੍ਹੀ ਲੈਣਾ ਸੀ,
ਸਾਨੂੰ ਅਗਲਿਆਂ ਨੇ ਭੁਲੇਖਿਆਂ ਵਿੱਚ ਪਾ ਕੇ ਲੁੱਟ ਕੇ ਥੋੜ੍ਹੀ ਲੈ ਜਾਣਾ ਸੀ, ਕਿਉਂਕਿ ਅਸੀਂ ਜਦੋਂ ਵਸਤ ਦੀ ਪਹਿਚਾਣ ਹੀ ਨਹੀਂ ਕੀਤੀ, ਗੁਰੂ ਵਾਲੀ ਵਿਵੇਕ ਬੁੱਧ ਸਾਨੂੰ ਆਏਗੀ ਨਹੀਂ। ਜਦੋਂ ਮਨ ਮੇਰਾ ਬਣਜਾਰਾ ਅਸਲ ਦੇ ਵਿੱਚ ਹਰੀ ਪਰਮਾਤਮਾ ਦਾ ਬਣਿਆ ਹੀ ਨਹੀਂ, ਲੁੱਟਣ ਵਾਲਿਆਂ ਨੇ ਲੁੱਟਿਆ ਅਤੇ ਅਸੀਂ ਲੁੱਟੇ ਗਏ। ਦੁਨੀਆ ਦੇ ਵਿੱਚ ਜਦੋਂ ਆਪਾਂ ਵਸਤ ਨੂੰ ਖਰੀਦਦੇ ਹਾਂ, ਬੜਾ ਘੋਖਦੇ ਹਾਂ, ਬੜਾ ਪਰਖਦੇ ਹਾਂ, ਆਹ ਚੀਜ਼ ਵਧੀਆ ਹੈ, ਜ਼ਿਆਦਾ ਸਮਾਂ ਹੰਡਣ ਵਾਲੀ। ਇੱਧਰ ਕੀ ਹੋ ਗਿਆ? ਇੱਧਰ ਵੀ ਤਾਂ ਵਸਤ ਨੂੰ ਪਹਿਚਾਨਣਾ ਸੀ ਨਾ, ਇੱਧਰ ਵੀ ਤਾਂ ਸਾਡੇ ਲਈ ਕੀ ਸਹੀ ਹੈ, ਕਿੱਧਰ ਅਸੀਂ ਲੁੱਟੇ ਜਾ ਰਹੇ ਹਾਂ, ਕਿਹੜੀ ਦਾ ਸਾਨੂੰ ਫਾਇਦਾ ਹੈ, ਕਿਵੇਂ ਪੜ੍ਹਿਆ ਸਾਡੀ ਜੀਵਨ ਸਵਰ ਸਕਦਾ ਹੈ, ਕਿਹਦੇ ਨਾਲ ਸਾਡੇ ਪੈਸੇ ਤਾਂ ਨਹੀਂ ਲੁੱਟੇ ਜਾ ਰਹੇ, ਕਿਹੜੇ ਕੰਮ ਦੇ ਨਾਲ ਸਾਨੂੰ ਲੋਕ ਮੂਰਖ ਤਾਂ ਨਹੀਂ ਬਣਾ ਰਹੇ। ਪਹਿਚਾਣ ਕਰਨੀ ਸੀ ਨਾ ਕਿ ਗੁਰਬਾਣੀ ਪੜ੍ਹਨੀ ਕਿਹੜੇ ਤਰੀਕੇ ਦੇ ਨਾਲ, ਸਾਨੂੰ ਗੁਰੂ ਨੇ ਦੱਸਣਾ ਸੀ। ਆ ਮਰਿਆਦਾ ਤੁਹਾਡੇ ਸਾਹਮਣੇ ਰੱਖੀ ਆ, ਗਾਵੀਆ ਸੁਣੀਆ ਮਨ ਰੱਖੀ ਹੈ ਭਾਵ। ਆਹ ਤਰੀਕਾ ਖੁਦ ਪੜ੍ਹਨਾ ਹੈ, ਖੁਦ ਪੜ੍ਹਨਾ ਨਹੀਂ ਆਉਂਦਾ, ਸੁਣਨਾ ਹੈ। ਸੁਣ ਕੇ ਤਾਂ ਮਨ ਵਿੱਚ ਲਿਜਾਇਆ ਜਾ ਸਕਦਾ, ਅਤੇ ਜਿਹੜੇ ਪੜ੍ਹਨ ਵਾਲੇ ਨੇ ਤਾਂ ਲਿਜਾਣਗੇ। ਆਹ ਹੈ ਅਸਲ ਦੇ ਵਿੱਚ ਇਵੇਂ ਵਣਜਾਰਾ ਬਣਾਓ ਮਨ ਨੂੰ, ਚੰਗਾ ਵਪਾਰ ਕਰਨ ਦੀ ਸੋਝੀ ਸਾਨੂੰ ਗੁਰੂ ਨੇ ਦੇਣੀ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਮੇਰਾ ਮਨ ਜਦੋਂ ਵਣਜਾਰਾ ਬਣ ਜਾਵੇਗਾ ਸੱਚੀ ਰਾਸ ਦਾ, ਫਿਰ ਉਹ ਨਾਮ ਤਾਂ ਨਹੀਂ ਖਟੇਗਾ। ਅਤੇ ਨਾਮ ਓਨਾ ਟਾਈਮ ਨਹੀਂ ਆ ਸਕਦਾ ਜਿੰਨਾ ਟਾਈਮ ਖੁਦ ਨਹੀਂ ਪੜ੍ਹਦੇ। ਕਿਸੇ ਤੋਂ ਪੜ੍ਹਾਇਆ ਹੋਇਆ ਕਦੇ ਵੀ ਕਿਸੇ ਨੂੰ ਨਹੀਂ ਲੱਗੇਗਾ। ਜਿਹੜਾ ਪੜ੍ਹ ਰਿਹਾ ਉਹਦਾ ਪੁੰਨ ਉਹਨੂੰ ਹੀ ਲੱਗਣਾ ਹੈ, ਉਹਦਾ ਫਲ ਉਹਨੂੰ ਹੀ ਮਿਲਣਾ ਹੈ, ਕਿਸੇ ਦੂਜੇ ਨੂੰ ਨਹੀਂ। ਜਿਹੜਾ ਪੜ੍ਹੇਗਾ ਉਹਨੂੰ ਲੱਗਣਾ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਜਦੋਂ ਮਨ ਵਣਜਾਰਾ ਹੋ ਗਿਆ ਸਤਿਗੁਰੂ ਤੋਂ, ਗੁਰੂ ਤੋਂ, ਇਹ ਰਾਸ ਮਿਲਣੀ ਹੈ, ਧਨ ਮਿਲਣਾ ਹੈ, ਨਾਮ ਦਾ ਧਨ, ਜਿਹਨੂੰ ਜ਼ਿੰਦਗੀ ਵਿੱਚ ਲਿਓ ਕੇ ਜੀਵਨ ਸਿਉਣਾ ਬਣਾਉਣਾ ਹੈ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਹਰ ਦਿਨ ਦੇ ਵਿੱਚ ਲਾਹਾ ਖੱਟ, ਕਿਉਂਕਿ ਨਾਮ ਧਨ ਦਾ ਹਮੇਸ਼ਾ ਲਾਹਾ ਹੀ ਖੱਟਿਆ ਜਾਂਦਾ ਹੈ। ਪਹਿਲਾਂ ਬੇਨਤੀ ਕੀਤੀ ਸੀ, ਦੁਨਿਆਵੀ ਚੀਜ਼ ਤਾਂ ਆਪਾਂ ਇੱਕ ਦੂਜੇ ਨੂੰ ਲੈ ਕੇ ਵੱਟਾ ਸੱਟਾ ਹੁੰਦਾ, ਪੈਸੇ ਲੈ ਕੇ 100 ਰੁਪਏ ਦੀ ਚੀਜ਼ ਲੈਤੀ ਹੈ, ਪਰ ਨਾਮ ਧਨ ਹੈ ਜਿਹੜਾ, ਇਹਦਾ ਹਮੇਸ਼ਾ ਲਾਹਾ ਹੈ, ਇਹਦਾ ਹਮੇਸ਼ਾ ਘਟਦਾ ਨਹੀਂ, ਇਹ ਵੱਧਦਾ ਹੀ ਜਾਂਦਾ। ਗਿਆਨ ਹਮੇਸ਼ਾ ਵੱਧਦਾ ਹੀ ਜਾਂਦਾ ਹੁੰਦਾ ਹੈ। ਹਰ ਹਰ ਨਿਤ ਜਪਿਓ ਜੀਓ, ਅਸੀਂ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਗੁਰੂ ਸਾਹਿਬ ਦੱਸ ਰਹੇ ਨੇ ਉਹਨੂੰ ਆਪਣੇ ਜੀਵਨ ਵਿੱਚ ਲਿਆ ਕੇ ਦੁਨੀਆ ਦੇ ਵਿੱਚ ਸੋਹਣੇ ਕੰਮ ਕਰਕੇ ਲਾਹਾ ਘਟ, ਉਸ ਰੱਬ ਦੀ ਸਿਫਤ ਸਲਾਹ ਪ੍ਰਾਪਤ ਕਰ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਇਹ ਨਾਮ ਧਨ ਮਿਲਦਾ ਹੀ ਉਹਨਾਂ ਨੂੰ ਹੈ ਜਿਹੜੇ ਭਾਣੇ ਵਿੱਚ ਆਏ ਨੇ, ਉਸ ਅਕਾਲ ਪੁਰਖ ਪਰਮਾਤਮਾ ਦੇ ਗੁਰੂ ਦੇ ਦਰ 'ਤੇ ਆਏ ਨੇ। ਆਉਣ ਦਾ ਯਤਨ ਕਰੀਏ, ਹਰ ਰੋਜ਼ ਆਈਏ, ਵਿਚਾਰੀਏ ਕਿ ਗੁਰੂ ਸਾਨੂੰ ਕੀ ਮੱਤ ਦਿੰਦਾ ਹੈ। ਗੁਰੂ ਨਾਲੋਂ ਟੁੱਟੇ ਗੁਰਦੁਆਰੇ ਆ ਕੇ ਅਸੀਂ ਪੜ੍ਹਿਆ ਨਹੀਂ, ਤਾਂ ਹੀ ਤਾਂ ਅਸੀਂ ਥਾਵਾਂ 'ਤੇ ਡਿੱਗੇ, ਹੋਰਾਂ ਥਾਵਾਂ 'ਤੇ ਜਾ ਕੇ ਡਿੱਗੇ, ਹੋਰ ਕੁਝ ਖੱਟਦੇ ਰਹੇ, ਹੋਰ ਕੁਝ ਖਰੀਦਦੇ ਰਹੇ। ਇਨਾਮ ਧਨ ਦੀ ਤਾਂ ਸਾਨੂੰ ਸੋਝੀ ਨਹੀਂ ਨਾ ਆਈ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਮਨ ਨੂੰ ਵਣਜਾਰਾ ਬਣਾਉਣਾ ਪਵੇਗਾ, ਅਤੇ ਕੱਚਾ ਵਣਜਾਰਾ ਨਹੀਂ, ਪਰਖ ਵਾਲਾ ਪੂਰਾ। ਪਰਖ ਹੋਣੀ ਚਾਹੀਦੀ ਹੈ ਕਿ ਆਹ ਚੀਜ਼ ਦੇਖ ਕੇ ਇਹਦਾ ਬੈਨੀਫਿਟ ਹੈ ਮੈਨੂੰ। ਧਰਮ ਦੇ ਜਗਤ ਦੇ ਵਿੱਚ ਵੀ ਵਣਜਾਰੇ ਬਣ ਜਾਈਏ, ਸੋਹਣੀ ਮੱਤ ਵਾਲੇ ਬਣ ਜਾਈਏ, ਚੰਗੀ ਚੀਜ਼ ਖਰੀਦੀਏ, ਜਿਹਦਾ ਕੋਈ ਸਾਨੂੰ ਫਾਇਦਾ ਨਹੀਂ ਉਹ ਅਸੀਂ ਛੱਡ ਦਈਏ। ਚੰਗੀ ਮੱਤ ਹੈ ਜਿਹੜੀ ਗੁਰੂ ਤੋਂ, ਉਹ ਲੈ ਕੇ ਜੀਵਨ ਜਿਉਈਏ। ਗੁਰੂ ਨੇ ਦੇਣੀ ਹੈ ਚੰਗੀ ਮੱਤ, ਨਾ ਕਿਸੇ ਬਾਬੇ ਨੇ, ਨਾ ਕਿਸੇ ਸਾਧ ਨੇ, ਗੁਰੂ ਨੇ ਦੇਣੀ ਹੈ। ਸਿੱਧਾ ਗੁਰੂ ਦੇ ਨਾਲ ਜੁੜ ਜਾਈਏ, ਖੁਦ ਪੜ੍ਹਨ ਦਾ ਯਤਨ ਕਰੀਏ, ਦਾਤਾ ਰਹਿਮਤ ਕਰੇ, ਆਪਣੇ ਮਨ ਨੂੰ ਵਣਜਾਰਾ ਬਣਾ ਲਈਏ, ਉਸ ਨਾਮ ਧਨ ਨੂੰ ਰਾਸ ਪੂੰਜੀ ਬਣਾ ਲਈਏ, ਤਾਂ ਜੋ ਜੀਵਨ ਸੋਹਣਾ ਬਣ ਜਾਵੇ, ਹਮੇਸ਼ਾ ਲਾਹੇ ਵਾਲਾ ਬਣ ਜਾਵੇ। ਸੋ ਇਤਨੀਆਂ ਕੁ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਬਖਸ਼ਣਯੋਗ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ